BTV देख रहे सारे दर्शकों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਵਿਨੀਪੈਗ 'ਚ ਹੋਈ ਗੋਲੀਬਾਰੀ ਦਾ ਮਾਮਲੇ 'ਚ ਚੌਥੇ ਵਿਅਕਤੀ ਦੀ ਹੋਈ ਮੌਤ। ਪੁਲਿਸ ਅਜੇ ਵੀ ਕਰ ਰਹੀ ਹੈ ਸ਼ੱਕੀ ਦੀ ਭਾਲ। ਗਾਰਡੀਨਰ ਐਕਸਪ੍ਰੈਸਵੇ ਅਤੇ DVP ਦੀ ਡਗਫੋਰਡ ਸਰਕਾਰ ਨੇ ਲਈ ਜ਼ਿੰਮੇਵਾਰੀ। ਟੋਰਾਂਟੋ ਨਾਲ ਨਵੀਂ ਡੀਲ ਵਿੱਚ ਓਨਟਾਰੀਓ ਪਲੇਸ ਤੇ ਕੰਟਰੋਲ ਲਈ ਕੀਤਾ ਟੇਕਓਵਰ। ਹਮਾਸ ਨੇ 11 ਹੋਰ ਬੰਦਕਾਂ ਨੂੰ ਕੀਤਾ ਰਿਹਾ। ਇਜ਼ਰਾਈਲ ਨੇ ਕੀਤੀ ਪੁਸ਼ਟੀ। ਰੂਸ ਅਤੇ ਯੂਕਰੇਨ 'ਚ ਆਏ ਤੂਫਾਨ ਨੇ ਮਚਾਈ ਤਬਾਹੀ। 2 ਮਿਲੀਅਨ ਲੋਕ ਪਿਛਲੇ ਸੰਕਟ ਦਾ ਕਰ ਰਹੇ ਸਾਹਮਣਾ। ਹੁਣ ਖਬਰਾਂ ਵਿਸਥਾਰ ਨਾਲ। ਲੈਂਗਸਾਈਡ ਸਟਰੀਟ ਤੇ ਹੋਈ ਗੋਲੀਬਾਰੀ ਦੇ ਮਾਮਲੇ 'ਚ ਵਿਨੀਪੈਗ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਫ਼ਤੇ ਦੇ ਅੰਤ ਵਿੱਚ ਗੋਲੀਬਾਰੀ ਤੋਂ ਬਾਅਦ ਚੌਥੇ ਵਿਅਕਤੀ ਦੀ ਮੌਤ ਹੋ ਗਈ ਹੈ। ਜਾਂਚਕਰਤਾਵਾਂ ਨੇ ਅਜੇ ਮਾਮਲੇ 'ਚ ਗ੍ਰਿਫਤਾਰੀ ਕਰਨੀ ਹੈ, ਪਰ ਇਸ ਦੇ ਨਾਲ ਹੀ ਸ਼ੱਕੀ ਨੂੰ ਖਤਰਨਾਕ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਲੰਘੇ ਐਤਵਾਰ ਲੈਂਗਸਾਈਡ ਸਟਰੀਟ ਦੇ 100 ਬਲਾਕ ਵਿੱਚ ਵਾਪਰੀ, ਜਿੱਥੇ 2 ਲੋਕਾਂ ਨੂੰ ਮੌਕੇ ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਜਿਸ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਅਤੇ 3 ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਬੀਤੇ ਦਿਨ ਪੁਸ਼ਟੀ ਕੀਤੀ ਕਿ 2 ਹੋਰ ਪੀੜਤਾਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਸ਼ਾਮਲ ਹੈ। ਵਿਨੀਪੈਗ ਪੁਲਿਸ ਸਰਵਿਸ ਇੰਸਪੈਕਟਰ ਜੈਨੀਫਰ ਮੈਕਕਿਨ ਨੇ ਕਿਹਾ ਕਿ ਵਿਅਕਤੀ ਦੀ ਹਸਪਤਾਲ ਪਹੁੰਚਣ ਤੋਂ ਥੋੜੀ ਦੇਰ ਬਾਅਦ ਮੌਤ ਹੋ ਗਈ, ਜਦਕਿ ਔਰਤ ਦੀ ਐਤਵਾਰ ਸ਼ਾਮ ਨੂੰ ਮੌਤ ਹੋ ਗਈ ਸੀ। ਉੱਥੇ ਹੀ ਇੱਕ 55 ਸਾਲਾ ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਜੇਰੇ ਇਲਾਜ ਹੈ। ਮਾਮਲੇ ਵਿੱਚ ਪੁਲਿਸ ਨੇ ਗੋਲੀਬਾਰੀ ਵਿੱਚ ਮਾਰੇ ਗਏ 4 ਲੋਕਾਂ ਦੀ ਪਛਾਣ ਜਾਰੀ ਕੀਤੀ ਹੈ। ਉਹਨਾਂ ਵਿੱਚ 4 ਭੈਣਾਂ ਸ਼ਾਮਲ ਹਨ। ਪੁਲਿਸ ਨੇ ਕਿਹਾ ਕਿ ਕਤਲ ਮਾਮਲੇ 'ਚ ਯੂਨਿਟ ਦੀ ਜਾਂਚ ਜਾਰੀ ਹੈ। ਇਸ ਦੌਰਾਨ WPS ਦੇ ਮੁਖੀ ਡੈਨੀ ਸਮਿਥ ਨੇ ਕਿਹਾ ਕਿ ਪੁਲਿਸ ਇਹ ਪਤਾ ਲਗਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਅਜਿਹਾ ਕਿਉਂ ਹੋਇਆ ਅਤੇ ਕੌਣ ਇਸ ਵਿੱਚ ਸ਼ਾਮਲ ਸੀ। ਸਮਿਥ ਨੇ ਕਿਹਾ ਕਿ ਲੈਂਗਸਾਈਡ ਖੇਤਰ ਵਿੱਚ ਹਫ਼ਤੇ ਦੇ ਜ਼ਿਆਦਾਤਰ ਹਿੱਸੇ ਵਿੱਚ ਪੁਲਿਸ ਦੀ ਮੌਜੂਦਗੀ ਰਹੇਗੀ। ਸਮਿਥ ਅਤੇ ਮੈਕਿਨ ਦੋਵਾਂ ਨੇ ਕਿਹਾ ਕਿ ਪੁਲਿਸ ਜਨਤਾ ਤੋਂ ਕਿਸੇ ਵੀ ਸੁਝਾਅ ਦੀ ਤਲਾਸ਼ ਕਰ ਰਹੀ ਹੈ, ਜਿਵੇਂ ਕਿ ਵੀਡੀਓ ਨਿਗਰਾਨੀ ਜਾਂ ਹੋਰ ਜਾਣਕਾਰੀ ਦੀ, ਅਤੇ ਜੇਕਰ ਕਿਸੇ ਕੋਲ ਵੀ ਕੋਈ ਵੀਡੀਓ ਜਾਂ ਜਾਣਕਾਰੀ ਹੈ ਤਾਂ ਉਹਨਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਡਗਫੋਰਡ ਸਰਕਾਰ ਟੋਰਾਂਟੋ ਤੋਂ ਗਾਰਡੀਨਰ ਐਕਸਪ੍ਰੈਸਵੇ ਅਤੇ ਡੌਨ ਵੈਲੀ ਪਾਰਕਵੇ ਦੀ ਜ਼ਿੰਮੇਵਾਰੀ ਲਵੇਗੀ, ਜਿਸ ਨਾਲ ਸ਼ਹਿਰ ਨੂੰ ਅਰਬਾਂ ਡਾਲਰ ਦੀ ਬਚਤ ਹੋਵੇਗੀ। ਬਦਲੇ ਵਿੱਚ ਸ਼ਹਿਰ ਨੇ ਪ੍ਰੋਵਿੰਸ ਦੇ ਰਾਹ ਵਿੱਚ ਨਾ ਖੜਨ ਲਈ ਸਹਿਮਤੀ ਦਿੱਤੀ ਹੈ, ਕਿਉਂਕਿ ਇਹ ਫੈਸਲਾ ਓਨਟਾਰੀਓ ਪਲੇਸ ਨੂੰ ਓਵਰਹੌਲ ਕਰਨ ਲਈ ਲੋੜੀਂਦੀਆਂ ਯੋਜਨਾਬੰਦੀ ਪ੍ਰਵਾਨਗੀਆਂ ਨਾਲ ਅੱਗੇ ਵਧਦਾ ਹੈ। ਜਾਣਕਾਰੀ ਮੁਤਾਬਕ ਇਹ ਵਪਾਰ ਪ੍ਰੋਵਿੰਸ਼ੀਅਲ ਅਤੇ ਮਿਊਨਿਸਪਲ ਵਿਚਕਾਰ ਇੱਕ ਨਵੇਂ ਸੌਦੇ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਟੋਰਾਂਟੋ ਦੀਆਂ ਵਿੱਤੀ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਕੁੱਲ ਮਿਲਾ ਕੇ ਸਮਝੌਤਾ 3 ਸਾਲਾਂ ਵਿੱਚ ਸ਼ਹਿਰ ਨੂੰ 1.2 ਬਿਲੀਅਨ ਡਾਲਰ ਤੱਕ ਦੀ ਵਿੱਤੀ ਰਾਹਤ ਪ੍ਰਦਾਨ ਕਰੇਗਾ। ਰਿਪੋਰਟ ਮੁਤਾਬਕ ਸ਼ਹਿਰ ਨੂੰ ਇਕੱਲੇ ਆਪਣੇ 2024 ਦੇ ਬਜਟ ਵਿੱਚ 1.5 ਬਿਲੀਅਨ ਡਾਲਰ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਝੌਤੇ ਦੇ ਇੱਕ ਵੱਡੇ ਹਿੱਸੇ ਵਿੱਚ ਟੋਰਾਂਟੋ ਦੇ 2 ਪ੍ਰਮੁੱਖ ਰੋਡਵੇਜ਼ ਦੇ ਰੱਖ-ਰਖਾਅ ਅਤੇ ਮੁਰੰਮਤ ਦੀ ਲਾਗਤ ਸੂਬਾਈ ਸਰਕਾਰ ਨੂੰ ਵਾਪਸ ਭੇਜੀ ਜਾਵੇਗੀ। ਲੰਘੇ ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਬੋਲਦੇ ਹੋਏ ਪ੍ਰੀਮੀਅਰ ਡਗਫੋਰਡ ਨੇ ਕਿਹਾ ਕਿ ਗਾਰਡੀਨਰ ਐਕਸਪ੍ਰੈਸਵੇ ਅਤੇ DVP ਨੂੰ ਅਪਲੋਡ ਕਰਨ ਨਾਲ ਟੋਰਾਂਟੋ ਨੂੰ 7.6 ਬਿਲੀਅਨ ਡਾਲਰ ਦੀ ਪੂੰਜੀ ਰਾਹਤ ਪ੍ਰਦਾਨ ਕੀਤੀ ਜਾ ਸਕਦੀ ਹੈ। ਫੋਰਡ ਨੇ ਕਿਹਾ ਕਿ ਇਹ 2 ਹਾਈਵੇ ਸੂਬੇ ਦੀ ਆਰਥਿਕਤਾ ਦੀ ਸਫਲਤਾ ਲਈ ਬਹੁਤ ਜ਼ਰੂਰੀ ਹਨ। ਇਹ ਸੌਦਾ ਇਹ ਯਕੀਨੀ ਬਣਾਏਗਾ ਕਿ ਇਹ ਨਾਜ਼ੁਕ ਆਵਾਜਾਈ ਸੰਪਤੀਆਂ ਲੋਕਾਂ ਅਤੇ ਚੀਜ਼ਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਉਂਦੇ ਰੱਖਣ ਲਈ ਚੰਗੀ ਸਥਿਤੀ ਵਿੱਚ ਰਹਿਣ। ਇਸ ਦੇ ਨਾਲ ਹੀ ਫੋਰਡ ਨੇ ਕਿਸੇ ਵੀ ਰੋਡਵੇ ਨੂੰ ਟੋਲ ਨਾ ਦੇਣ ਦਾ ਵਾਅਦਾ ਵੀ ਕੀਤਾ। ਜਾਣਕਾਰੀ ਮੁਤਾਬਕ ਟੋਰਾਂਟੋ ਸਿਟੀ ਨੇ 2016 ਵਿੱਚ ਹਾਈਵੇ ਤੇ ਟੋਲ ਲਗਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਮੇਂ ਦੀ ਲਿਬਰਲ ਸਰਕਾਰ ਦੁਆਰਾ ਇਸ ਕਦਮ ਨੂੰ ਰੋਕ ਦਿੱਤਾ ਗਿਆ ਸੀ। ਇਸ ਸਾਲ ਦੇ ਸ਼ੁਰੂ ਵਿੱਚ ਸ਼ਹਿਰ ਦੇ ਸਟਾਫ ਨੇ ਕਿਹਾ ਕਿ ਗਾਰਡੀਨਰ ਦੇ 1.7 ਕਿਲੋਮੀਟਰ ਪੂਰਬੀ ਹਿੱਸੇ ਨੂੰ ਦੁਬਾਰਾ ਬਣਾਉਣ ਲਈ 500 ਮਿਲੀਅਨ ਡਾਲਰ ਦੇ ਠੇਕੇ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ ਅਤੇ ਪੂੰਜੀ ਯੋਜਨਾਵਾਂ ਵਿੱਚ ਵਾਧੂ 650 ਮਿਲੀਅਨ ਡਾਲਰ ਦੇ ਠੇਕੇ ਸ਼ਾਮਲ ਕੀਤੇ ਜਾਣਗੇ। ਤੁਹਾਨੂੰ ਦੱਸ ਦਈਏ ਕਿ ਹਾਈਵੇ 427 ਤੋਂ ਹੰਬਰ ਨਦੀ ਤੱਕ ਗਾਰਡੀਨਰ ਐਕਸਪ੍ਰੈਸਵੇ ਦਾ ਹਿੱਸਾ ਪ੍ਰੋਵਿੰਸ ਦੁਆਰਾ ਮਹਾਰਾਣੀ ਐਲਿਜ਼ਾਬੈਥ ਵੇ ਦੇ ਹਿੱਸੇ ਵਜੋਂ ਸੰਚਾਲਿਤ ਕੀਤਾ ਜਾਂਦਾ ਸੀ, ਜਦੋਂ ਤੱਕ ਮਾਈਕ ਹੈਰਿਸ ਸਰਕਾਰ ਨੇ ਓਨਟਾਰੀਓ ਲਈ ਲਾਗਤ ਬਚਤ ਉਪਾਅ ਵਜੋਂ 1997 ਵਿੱਚ ਸ਼ਹਿਰ ਨੂੰ ਖਰਚੇ ਨਹੀਂ ਦਿੱਤੇ। ਲੰਘੇ ਸ਼ਨੀਵਾਰ ਦੇਰ ਰਾਤ ਮਸਕੋਕਾ ਵਿੱਚ ਹੋਈ 2 ਵਾਹਨਾਂ ਦੀ ਟੱਕਰ ਵਿੱਚ ਮਾਰੇ ਗਏ 4 ਪੀੜਤਾਂ ਦੀ ਪਛਾਣ ਕਰ ਲਈ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰੇ ਗਏ 4 ਪੀੜਤ ਚੀਨੀ ਨਾਗਰਿਕ ਸਨ। ਇਹ ਟੱਕਰ ਪੱਛਮ ਵੱਲ ਜਾ ਰਹੀ ਇੱਕ ਮਰਸੀਡੀਜ਼ SUV ਅਤੇ ਪੂਰਬ ਵੱਲ ਜਾ ਰਹੀ ਇੱਕ ਫੋਰਡ SUV ਵਿਚਕਾਰ ਹਾਈਵੇ 60 ਹਿਡਨ ਵੈਲੀ ਰੋਡ ਦੇ ਨੇੜੇ ਹੋਈ। ਇਸ ਮਾਮਲੇ 'ਚ ਪੁਲਿਸ ਨੇ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਉਸ ਸਮੇਂ 15 ਤੋਂ 17 ਸਾਲ ਦੀ ਉਮਰ ਦੇ 4 ਨੌਜਵਾਨ ਮਰਸੀਡੀਜ਼ ਦੇ ਅੰਦਰ ਸਨ। ਨੌਰਥ ਯਾਰਕ ਅਤੇ ਰਿਚਮੰਡ ਹਿੱਲ ਦੇ ਰਹਿਣ ਵਾਲੇ ਮੁੰਡਿਆਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਉੱਥੇ ਹੀ ਹੰਟਸਵਿਲੇ ਦੀ ਰਹਿਣ ਵਾਲੀ 42 ਸਾਲਾ ਔਰਤ ਫੋਰਡ SUV ਚਲਾ ਰਹੀ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਨੇ ਦਮ ਤੋੜ ਦਿੱਤਾ।
ਮਾਮਲੇ ਵਿੱਚ ਲੰਘੇ ਸੋਮਵਾਰ ਨੂੰ ਟੋਰਾਂਟੋ ਵਿੱਚ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਕੌਂਸਲੇਟ ਜਨਰਲ ਨੇ ਸੀਟੀਵੀ ਨਿਊਜ਼ ਨੂੰ ਪੁਸ਼ਟੀ ਕੀਤੀ ਕਿ ਪੀੜਤਾਂ ਵਿੱਚੋਂ 4 ਚੀਨ ਦੇ ਨਾਗਰਿਕ ਹਨ। ਇਸ ਘਟਨਾ ਬਾਰੇ ਹੋਰ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਹੰਟਸਵਿਲੇ OPP ਜਾਂ ਕ੍ਰਾਈਮ ਸਟਾਪਰਸ ਨਾਲ ਅਗਿਆਤ ਤੌਰ ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ। ਐਲਬਰਟਾ ਕਾਉਂਸਲ ਆਫ ਵੂਮਨ ਸ਼ੈਲਟਰਸ ਦਾ ਕਹਿਣਾ ਹੈ ਕਿ ਸੂਬੇ ਵਿੱਚ ਘਰੇਲੂ ਹਿੰਸਾ ਲਗਾਤਾਰ ਵੱਧ ਰਹੀ ਹੈ। ਇੱਕ ਰਿਪੋਰਟ ਜਿਸ ਦਾ ਸਿਰਲੇਖ ਔਨ ਦਾ ਫਰੰਟ ਲਾਈਨਸ ਹੈ ਨੇ ਅਪ੍ਰੈਲ 2022 ਤੋਂ ਮਾਰਚ 2023 ਦੇ ਅੰਤ ਤੱਕ ਐਲਬਰਟਾ ਵਿੱਚ 53 ਘਰੇਲੂ ਬਦਸਲੂਕੀ ਦੇ ਆਸਰਾ ਘਰਾਂ ਦਾ ਸੰਚਾਲਨ ਕਰਨ ਵਾਲੀਆਂ 39 ਸੰਸਥਾਵਾਂ ਲਈ ਡਾਟਾ ਤਿਆਰ ਕੀਤਾ, ਜੋ ਇਹ ਦਰਸਾਉਂਦਾ ਹੈ ਕਿ ਸ਼ੈਲਟਰਾਂ ਦੁਆਰਾ ਮਦਦ ਲਈ 59,000 ਤੋਂ ਵੱਧ ਕਾਲਾਂ ਦਾ ਜਵਾਬ ਦਿੱਤਾ ਗਿਆ ਸੀ, ਜੋ ਕਿ 10 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ। ਜਾਣਕਾਰੀ ਮੁਤਾਬਕ ਇਹ ਅੰਕੜੇ ਜ਼ਬਰਦਸਤੀ ਸੈਕਸ ਅਤੇ ਗਲਾ ਘੁੱਟਣ ਦੀਆਂ ਰਿਪੋਰਟਾਂ ਵਿੱਚ 10 ਸਾਲਾਂ ਦੇ ਉੱਚੇ ਪੱਧਰ ਨੂੰ ਵੀ ਦਰਸਾਉਂਦੇ ਹਨ, ਜਿਸ ਬਾਰੇ ਕੌਂਸਲ ਦਾ ਕਹਿਣਾ ਹੈ ਕਿ ਮੌਤ ਦੇ ਜ਼ੋਖਮ ਵਿੱਚ 750% ਦਾ ਵਾਧਾ ਹੋਇਆ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲਗਭਗ 8,400 ਲੋਕਾਂ ਨੂੰ, ਜੋ ਕਿ 19% ਦੇ ਵਾਧੇ ਨਾਲ ਸ਼ੈਲਟਰਾਂ ਵਿੱਚ ਸਹਾਇਤਾ ਪ੍ਰਾਪਤ ਕੀਤੀ ਗਈ ਹੈ, ਉਹਨਾਂ ਵਿੱਚੋਂ ਲਗਭਗ ਅੱਧੇ ਲੋਕ ਬੱਚੇ ਸਨ। ਸ਼ੈਲਟਰ ਹਾਲਾਂਕਿ ਦਾਖਲੇ ਲਈ ਹੋਰ 30,000 ਬੇਨਤੀਆਂ ਨੂੰ ਪੂਰਾ ਨਹੀਂ ਕਰ ਸਕੇ, ਜੋ ਕਿ ਪਿਛਲੇ ਦਹਾਕੇ ਨਾਲੋਂ ਦਰਜ ਕੀਤੀ ਗਈ ਸਭ ਤੋਂ ਵੱਧ ਗਿਣਤੀ ਹੈ, ਜਿਸ ਵਿੱਚ ਆਸਰਾ ਸਥਾਨ ਦੀ ਘਾਟ ਅਤੇ ਕੁਝ ਬਚੇ ਹੋਏ ਲੋਕਾਂ ਦੀਆਂ ਵਾਧੀਆਂ ਗੁੰਝਲਦਾਰ ਲੋੜਾਂ ਕਾਰਨ ਇਹ ਗਿਣਤੀ ਵੱਧ ਗਈ ਹੈ। ਐਲਬਰਟਾ ਕਾਉਂਸਲ ਆਫ ਵੂਮਨ ਸ਼ੈਲਟਰਸ ਦੇ ਕਾਰਜਕਾਰੀ ਨਿਰਦੇਸ਼ਕ ਜੌਨ ਰੀਮਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੂਬੇ ਭਰ ਵਿੱਚ ਸ਼ੈਲਟਰ ਘਰੇਲੂ ਹਿੰਸਾ ਤੋਂ ਬਚਣ ਵਾਲਿਆਂ ਦੀ ਵੱਧਦੀ ਗਿਣਤੀ ਅਤੇ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਓਵਰਟਾਈਮ ਕੰਮ ਕਰ ਰਹੇ ਹਨ। ਬਦਕਿਸਮਤੀ ਨਾਲ ਔਰਤਾਂ ਦੇ ਸ਼ੈਲਟਰਾਂ ਨੂੰ ਗੁਬਾਰੇ ਦੀ ਮਹਿੰਗਾਈ ਦੇ ਨਾਲ-ਨਾਲ 2015 ਤੋਂ ਰੁਕੇ ਹੋਏ ਬਜਟ ਦਾ ਸਾਹਮਣਾ ਕਰਨਾ ਪਿਆ ਹੈ। ਵਾਧੂ ਸਰੋਤਾਂ ਤੋਂ ਬਿਨਾਂ ਅਸੀਂ ਇਸ ਸੂਬੇ ਵਿੱਚ ਬਚੇ ਲੋਕਾਂ ਲਈ ਚਿੰਤਤ ਹਾਂ। ਅਗਲੀ ਖਬਰ ਫੈਡਰਲ ਸਰਕਾਰ ਨਾਲ ਜੁੜੀ ਹੋਈ ਹੈ, ਜਿਸ ਵਿੱਚ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਫੈਡਰਲ NDP ਘੱਟ ਗਿਣਤੀ ਟਰੂਡੋ ਸਰਕਾਰ ਨਾਲ ਇੱਕ ਮਹੱਤਵਪੂਰਨ ਸਮਾਂ ਸੀਮਾ ਵਧਾਉਣ ਲਈ ਤਿਆਰ ਹੈ, ਜਿਸ ਨਾਲ ਨਵੇਂ ਸਾਲ ਵਿੱਚ ਸੰਭਾਵਿਤ ਚੋਣਾਂ ਦੇ ਖਤਰੇ ਨੂੰ ਖਤਮ ਕੀਤਾ ਜਾਵੇਗਾ। ਹਾਊਸ ਆਫ ਕਾਮਨਸ ਕੈਲੰਡਰ ਵਿੱਚ ਸਿਰਫ 3 ਹਫ਼ਤੇ ਬਾਕੀ ਰਹਿੰਦਿਆਂ ਇਹ ਸੰਭਾਵਨਾ ਨਹੀਂ ਹੈ ਕਿ ਫੈਡਰਲ ਲਿਬਰਲ ਸਪਲਾਈ ਅਤੇ ਵਿਸ਼ਵਾਸ ਸੌਦੇ ਵਿੱਚ ਨਿਊ ਡੈਮੋਕ੍ਰੇਟ ਦੀ ਮੰਗ ਨੂੰ ਪੂਰਾ ਕਰਨਗੇ, ਜੋ ਇਸ ਸਾਲ ਦੇ ਅੰਤ ਤੱਕ ਇੱਕ ਰਾਸ਼ਟਰੀ ਫਾਰਮਾਕੇਅਰ ਐਕਟ ਨੂੰ ਪਾਸ ਕਰਨ ਦੀ ਮੰਗ ਕਰਦਾ ਹੈ। ਇਸ ਬਾਰੇ ਸਵਾਲ ਉੱਠ ਰਹੇ ਹਨ ਕਿ ਕੀ ਇਸ ਨਾਲ ਸਮਝੌਤਾ ਖਤਮ ਹੋ ਜਾਵੇਗਾ ਅਤੇ ਸੰਭਾਵਿਤ ਤੌਰ ਤੇ ਲਿਬਰਲ ਸਰਕਾਰ ਨੂੰ 2024 ਵਿੱਚ ਫੈਡਰਲ ਚੋਣਾਂ ਨਾਲ ਡਿੱਗਣ ਦਾ ਖਤਰਾ ਹੈ। ਹਾਲਾਂਕਿ ਇੱਕ NDP ਸਰੋਤ ਨੇ ਗਲੋਬਲ ਐਂਡ ਮੇਲ ਨੂੰ ਦੱਸਿਆ ਹੈ ਕਿ ਪਾਰਟੀ ਅੰਤਮ ਤਾਰੀਖ ਵਧਾਉਣ ਲਈ ਤਿਆਰ ਹੈ, ਜੇਕਰ ਇਸ ਦਾ ਮਤਲਬ ਸੰਸਦ ਮੈਂਬਰਾਂ ਦੇ ਸਾਹਮਣੇ ਇੱਕ ਬਿਹਤਰ ਗੁਣਵੱਤਾ ਵਾਲਾ ਬਿੱਲ ਪ੍ਰਾਪਤ ਕਰਨਾ ਹੈ। ਕੈਨੇਡੀਅਨ ਲੇਬਰ ਕਾਂਗਰਸ ਦੇ ਕਾਰਜਕਾਰੀ ਉਪ ਪ੍ਰਧਾਨ ਸ਼ਿਵਾਨ ਵਿਪੈਨ ਨੇ ਲੰਘੇ ਸੋਮਵਾਰ ਨੂੰ ਪਾਰਲੀਮੈਂਟ ਹਿੱਲ ਤੇ ਗੱਲਬਾਤ ਕਰਦਿਆਂ ਸਰਕਾਰ ਨੂੰ ਤੇਜ਼ੀ ਨਾਲ ਅੱਗੇ ਵਧਣ ਦੀ ਅਪੀਲ ਕੀਤੀ। ਉੱਥੇ ਹੀ NDP ਨੇ ਬਿੱਲ ਦੇ ਸ਼ੁਰੂਆਤੀ ਖਰੜੇ ਨੂੰ ਇਹ ਵੀ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਵੱਡੇ ਫਾਰਮਾਂ ਦੇ ਪੱਖ ਤੋਂ ਬਹੁਤ ਜ਼ਿਆਦਾ ਸੀ। NDP ਅਤੇ ਲਿਬਰਲਸ ਵਿਚਕਾਰ ਸਪਲਾਈ ਅਤੇ ਵਿਸ਼ਵਾਸ ਸੌਦਾ ਇੱਕ ਯੂਨੀਵਰਸਲ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਵੱਲ ਤਰੱਕੀ ਅਤੇ ਸਾਲ ਦੇ ਅੰਤ ਤੋਂ ਪਹਿਲਾਂ ਸ਼ੁਰੂਆਤੀ ਕਾਨੂੰਨ ਪਾਸ ਕਰਨ ਦੀ ਮੰਗ ਕਰਦਾ ਹੈ। ਹਾਲਾਂਕਿ NDP ਦੇ ਸਿਹਤ ਆਲੋਚਕ ਡੌਨ ਡੇਵਿਸ ਨੇ ਅਕਤੂਬਰ ਵਿੱਚ ਕਿਹਾ ਸੀ ਕਿ ਬਿੱਲ ਦਾ ਪਹਿਲਾ ਖਰੜਾ ਉਮੀਦਾਂ ਤੇ ਖਰਾ ਨਹੀਂ ਉਤਰਿਆ। ਉੱਤਰੀ ਬ੍ਰਿਟਿਸ਼ ਕੋਲੰਬੀਆ ਵਿੱਚ ਮਾਊਂਟੇਜ਼ ਆਨਲਾਈਨ ਸੈਕਸਟੋਰਸ਼ਨ ਦੇ ਇੱਕ ਪ੍ਰਤੱਖ ਮਾਮਲੇ ਤੋਂ ਬਾਅਦ ਇੱਕ 12 ਸਾਲਾ ਮੁੰਡੇ ਦੇ ਖੁਦ ਨੂੰ ਗੋਲੀ ਮਾਰਨ ਦੇ ਮਾਮਲੇ 'ਚ ਜਾਂਚ ਕਰ ਰਹੇ ਹਨ। ਪੁਲਿਸ ਦੀ ਇੱਕ ਟੁਕੜੀ ਨੇ ਨਿਊਜ਼ ਰਿਲੀਜ਼ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਘਟਨਾ ਬਾਰੇ ਸੂਚਨਾ ਮਿਲਣ ਤੋਂ ਬਾਅਦ ਪ੍ਰਿੰਸ ਜਾਰਜ RCMP ਅਧਿਕਾਰੀ ਇੱਕ ਘਰ ਵਿੱਚ ਪਹੁੰਚੇ, ਜਿੱਥੇ ਮੁੰਡੇ ਨੂੰ 12 ਅਕਤੂਬਰ ਨੂੰ ਗੋਲੀ ਲੱਗਣ ਨਾਲ ਜ਼ਖਮੀ ਪਾਇਆ ਗਿਆ ਸੀ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਨੇ ਆਨਲਾਈਨ ਸੈਕਸਟੋਰਸ਼ਨ ਦੇ ਚੱਲਦੇ ਆਪਣੀ ਜਾਨ ਲੈ ਲਈ। ਜਾਂਚਕਰਤਾ ਅਜੇ ਵੀ ਮਾਮਲੇ ਵਿੱਚ ਇੱਕ ਸ਼ੱਕੀ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਨ। ਇਸ ਦੌਰਾਨ ਅਧਿਕਾਰੀਆਂ ਨੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਉਹਨਾਂ ਲੋਕਾਂ ਨਾਲ ਆਨਲਾਈਨ ਚੈਟ ਕਰਨ ਦੇ ਖਤਰਿਆਂ ਬਾਰੇ ਗੱਲ ਕਰਨ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ। ਪੁਲਿਸ ਦੇ ਅਨੁਸਾਰ ਪ੍ਰਿੰਸ ਜਾਰਜ ਵਿੱਚ ਸੈਕਸਟੋਰਸ਼ਨ ਦੀਆਂ ਰਿਪੋਰਟਾਂ, ਜਿਸ ਵਿੱਚ ਕੋਈ ਵਿਅਕਤੀ ਨਿੱਜੀ ਫੋਟੋਆਂ ਜਾਂ ਆਪਣੀ ਜਿਨਸੀ ਗਤੀਵਿਧੀ ਦੇ ਸਬੂਤ ਨੂੰ ਪ੍ਰਗਟ ਕਰਨ ਦੀ ਧਮਕੀ ਦੇ ਕੇ ਕਿਸੇ ਤੋਂ ਪੈਸਾ ਜਾਂ ਜਿਨਸੀ ਪੱਖ ਲੈਂਦਾ ਹੈ, ਪ੍ਰਿੰਸ ਜਾਰਜ ਵਿੱਚ ਵੱਧ ਰਿਹਾ ਹੈ। ਡਿਟੈਚਮੈਂਟ ਟੀਮ ਦਾ ਕਹਿਣਾ ਹੈ ਕਿ ਇਹ ਗਤੀਵਿਧੀ 13 ਤੋਂ 18 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਸਭ ਤੋਂ ਵੱਧ ਪ੍ਰਚਲਿਤ ਹੈ। ਇਸ ਸਾਲ ਹੁਣ ਤੱਕ ਪ੍ਰਿੰਸ ਜਾਰਜ RCMP ਨੂੰ ਆਨਲਾਈਨ ਸੈਕਸਟੋਰਸ਼ਨ ਦੀਆਂ 62 ਰਿਪੋਰਟਾਂ ਮਿਲੀਆਂ ਹਨ, ਜੋ ਕਿ 2022 ਵਿੱਚ ਪ੍ਰਾਪਤ ਹੋਈਆਂ 56 ਰਿਪੋਰਟਾਂ ਤੋਂ ਵੱਧ ਹਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਇਹ ਮੰਨਦਾ ਹੈ ਕਿ ਉਹ ਸੈਕਸਟੋਰਸ਼ਨ ਦਾ ਸ਼ਿਕਾਰ ਹੈ, ਉਸ ਨੂੰ ਤੁਰੰਤ ਦੋਸ਼ੀ ਨਾਲ ਸਾਰੇ ਸੰਚਾਰ ਬੰਦ ਕਰ ਦੇਣੇ ਚਾਹੀਦੇ ਹਨ ਅਤੇ ਸਾਹਮਣੇ ਵਾਲੇ ਦੀ ਮੰਗਾਂ ਨੂੰ ਮੰਨਣਾ ਨਹੀਂ ਚਾਹੀਦਾ। ਪੀੜਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਅਕਤੀ ਨਾਲ ਸੰਚਾਰ ਕਰਨ ਲਈ ਵਰਤੇ ਜਾਂਦੇ ਕਿਸੇ ਵੀ ਆਨਲਾਈਨ ਖਾਤਿਆਂ ਨੂੰ ਆਕਰਸ਼ਿਤ ਕਰਨ ਅਤੇ ਦੇਖਭਾਲ ਕਰਨ ਵਾਲਿਆਂ ਜਾਂ ਪੁਲਿਸ ਨੂੰ ਗਤੀਵਿਧੀ ਦੀ ਰਿਪੋਰਟ ਕਰਨ।
ਅਗਲੀ ਖਬਰ ਇਜ਼ਰਾਈਲ ਅਤੇ ਹਮਾਸ ਜੰਗ ਨਾਲ ਜੁੜੀ ਹੈ, ਜਿੱਥੇ ਹਮਾਸ ਨੇ ਲੰਘੇ ਦਿਨ 3 ਸਾਲਾ ਜੁੜਵਾ ਬੱਚਿਆਂ ਸਮੇਤ 11 ਹੋਰ ਇਜ਼ਰਾਈਲੀ ਬੰਦਕਾਂ ਨੂੰ ਰਿਹਾ ਕਰ ਦਿੱਤਾ ਅਤੇ ਇਜ਼ਰਾਈਲ ਦਾ ਕਹਿਣਾ ਹੈ ਕਿ ਰਿਹਾ ਕੀਤੇ ਗਏ ਬੰਦਕਾਂ ਦੀ ਕੁੱਲ ਗਿਣਤੀ 50 ਹੋ ਗਈ ਹੈ। ਜਾਣਕਾਰੀ ਮੁਤਾਬਕ ਕਤਰ ਦਾ ਕਹਿਣਾ ਹੈ ਕਿ ਬਦਲੇ ਵਿੱਚ 30 ਬੱਚੇ ਅਤੇ 3 ਔਰਤਾਂ ਸਮੇਤ 33 ਫਲਸਤੀਨੀਆਂ ਨੂੰ ਇਜ਼ਰਾਈਲੀ ਜੇਲ੍ਹਾਂ ਤੋਂ ਰਿਹਾ ਕੀਤਾ ਜਾਣਾ ਹੈ। 4 ਦਿਨਾਂ ਦੀ ਜੰਗਬੰਦੀ ਦੀ ਮਿਆਦ ਪੁੱਗਣ ਤੋਂ ਕੁਝ ਘੰਟੇ ਪਹਿਲਾਂ ਕਤਰ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ 2 ਦਿਨਾਂ ਦੇ ਵਾਅਦੇ ਲਈ ਸਹਿਮਤ ਹੋ ਗਏ ਹਨ। ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਅਗਲੇ 2 ਦਿਨਾਂ ਵਿੱਚ ਹਮਾਸ ਨੇ 20 ਹੋਰ ਔਰਤਾਂ ਅਤੇ ਬੱਚਿਆਂ ਨੂੰ ਰਿਹਾ ਕਰਨ ਦੀ ਵਚਨਬੱਧਤਾ ਜਤਾਈ ਹੈ। ਸਹਾਇਤਾ ਸੰਸਥਾਵਾਂ ਦੁਆਰਾ ਵੰਡੇ ਜਾ ਰਹੇ ਭੋਜਨ, ਬਾਲਣ ਅਤੇ ਦਵਾਈਆਂ ਦੇ ਨਾਲ ਲੰਘੇ ਸੋਮਵਾਰ ਨੂੰ ਮਾਨਵਤਾਵਾਦੀ ਸਪਲਾਈ ਦੇ ਹੋਰ ਲੋਰੀ ਲੋਡਸ ਗਾਜ਼ਾ ਪੱਟੀ ਵਿੱਚ ਦਾਖਲ ਹੋਏ। ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਹਮਾਸ ਦੇ ਹਮਲਿਆਂ ਵਿੱਚ 1200 ਲੋਕ ਮਾਰੇ ਗਏ, ਲਗਭਗ 240 ਨੂੰ ਬੰਦਕ ਬਣਾਇਆ ਗਿਆ ਸੀ। ਉਦੋਂ ਤੋਂ ਗਾਜ਼ਾ ਦੇ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਇਜ਼ਰਾਈਲ ਦੀ ਜਵਾਬੀ ਮੁਹਿੰਮ ਵਿੱਚ 14,500 ਤੋਂ ਵੱਧ ਲੋਕ ਮਾਰੇ ਗਏ ਹਨ। ਰੂਸ ਅਤੇ ਯੂਕਰੇਨ ਵਿੱਚ ਆਏ ਤੂਫਾਨ ਅਤੇ ਭਾਰੀ ਹੜ੍ਹਾਂ ਕਰਕੇ ਕਰੀਬ 2 ਮਿਲੀਅਨ ਲੋਕਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿੱਥੇ ਇਸ ਨੂੰ ਲੈ ਕੇ ਰੂਸ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਤੇ ਭਾਰੀ ਹੜ੍ਹਾਂ ਨੇ ਦੱਖਣ ਵਿੱਚ ਲਗਭਗ 1.9 ਮਿਲੀਅਨ ਲੋਕਾਂ ਨੂੰ ਬਿਜਲੀ ਤੋਂ ਬਿਨਾਂ ਛੱਡ ਦਿੱਤਾ ਹੈ। ਰੂਸ ਦੇ ਊਰਜਾ ਮੰਤਰਾਲੇ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਪ੍ਰਭਾਵਿਤ ਡਾਗੇਸਟਾਨ, ਕ੍ਰੇਸਨਾਡੋਰ ਅਤੇ ਰੋਸਟੋਵ ਦੇ ਨਾਲ-ਨਾਲ ਯੂਕਰੇਨ ਦੇ ਡੋਨੇਟਸਕ, ਲੁਹਾਨਸਕ, ਖੇਸਨ, ਜ਼ਪੋਰਿਜ਼ੀਆ ਅਤੇ ਕ੍ਰੀਮੀਆ ਹਨ। ਸਥਾਨਕ ਮੀਡੀਆ ਦੁਆਰਾ ਤੂਫਾਨ ਨਾਲ ਸੰਬੰਧਿਤ ਘੱਟੋ-ਘੱਟ 4 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਇਸ ਵਿਚਾਲੇ ਯੂਕਰੇਨ ਦਾ ਕਹਿਣਾ ਹੈ ਕਿ ਬਰਫੀਲੇ ਤੂਫਾਨ ਤੋਂ ਬਾਅਦ ਉਸਦੇ 2019 ਪਿੰਡਾਂ ਅਤੇ ਕਸਬਿਆਂ ਵਿੱਚ ਬਿਜਲੀ ਨਹੀਂ ਹੈ। ਤੂਫਾਨ ਮੋਲਡੋਵਾ, ਜਾਰਜੀਆ ਅਤੇ ਬੁਲਗਾਰੀਆ ਨੂੰ ਵੀ ਝੰਜੋੜ ਰਿਹਾ ਹੈ। ਰੂਸ ਦੇ ਸੋਚੀ ਦੇ ਕਾਲੇ ਸਾਗਰ ਬੰਦਰਗਾਹ ਵਿੱਚ ਸ਼ਹਿਰ ਦੇ ਸਮੁੰਦਰੀ ਕਿਨਾਰੇ ਵੱਡੀਆਂ ਲਹਿਰਾਂ ਨੂੰ ਝਟਕਾ ਦਿੰਦੇ ਦੇਖਿਆ ਗਿਆ ਹੈ। ਰਿਪੋਰਟ ਮੁਤਾਬਕ ਇੱਕ ਫੁਟੇਜ ਵੀ ਸਾਹਮਣੇ ਆਈ ਹੈ ਜੋ ਕਥਿਤ ਤੌਰ ਤੇ 3 ਮੰਜ਼ਿਲਾ ਇਮਾਰਤ ਨੂੰ ਢਹਿ-ਢੇਰੀ ਕਰਦੇ ਦਿਖਾਉਂਦੀ ਹੈ। BBC ਦੀ ਰਿਪੋਰਟ ਮੁਤਾਬਕ ਯੂਕਰੇਨ ਦੇ ਦੱਖਣੀ ਕ੍ਰੀਮੀਆ ਪ੍ਰਾਇਦੀਪ ਵਿੱਚ 2014 ਵਿੱਚ ਰੂਸ ਦੁਆਰਾ ਗੈਰ ਕਾਨੂੰਨੀ ਤੌਰ ਤੇ ਸ਼ਾਮਲ ਕੀਤਾ ਗਿਆ ਸੀ, ਜਿਸ ਵਿੱਚ ਮਾਸਕੋ ਸਥਾਪਿਤ ਅਧਿਕਾਰੀਆਂ ਨੇ ਤੱਟਵਰਤੀ ਖੇਤਰਾਂ ਵਿੱਚ ਹੜ੍ਹ ਆਉਣ ਦੀ ਰਿਪੋਰਟ ਕੀਤੀ। ਇਸ ਦੇ ਨਾਲ ਹੀ ਕਈ ਕਸਬੇ ਦੀਆਂ ਸੜਕਾਂ ਤੇ ਡਿੱਗੇ ਦਰਖਤ ਅਤੇ ਹੋਰ ਮਲਬਾ ਦੇਖਿਆ ਗਿਆ। ਇੱਕ ਸਥਾਨਕ ਮੀਡੀਆ ਆਊਟਲੈਟ ਦੁਆਰਾ ਅਜਾਇਬ ਘਰ ਦੇ ਨਿਰਦੇਸ਼ਕ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਵੇਸਟੋਪੋਲ ਦੀ ਬੰਦਰਗਾਹ ਵਿੱਚ ਸਮੁੰਦਰੀ ਹੜ੍ਹ ਨਾਲ ਇੱਕ ਇਤਿਹਾਸਕ ਮਿਊਜ਼ੀਅਮ ਐਕੁਆਰੀਅਮ ਤਬਾਹ ਹੋਣ ਕਾਰਨ ਲਗਭਗ 800 ਵਿਦੇਸ਼ੀ ਮੱਛੀਆਂ ਦੀ ਮੌਤ ਹੋ ਗਈ ਹੈ। ਕ੍ਰੀਮੀਆ ਦੀ ਕਈ ਨਗਰਪਾਲਿਕਾਵਾਂ ਵਿੱਚ ਹੁਣ ਐਮਰਜੈਂਸੀ ਦੀ ਸਥਿਤੀ ਦੱਸੀ ਜਾ ਰਹੀ ਹੈ। ਇਸ ਦੌਰਾਨ ਯੂਕਰੇਨ ਦੀ DSNS ਐਮਰਜੈਂਸੀ ਸੇਵਾ ਨੇ ਕਿਹਾ ਕਿ ਬਰਫੀਲੇ ਤੂਫਾਨ ਅਤੇ ਤੇਜ਼ ਹਵਾਵਾਂ ਦੇਸ਼ ਦੇ 16 ਖੇਤਰਾਂ ਵਿੱਚ ਤਬਾਹੀ ਮਚਾ ਰਹੀਆਂ ਹਨ। ਇਸ 'ਚ ਕਿਹਾ ਗਿਆ ਹੈ ਕਿ ਦੱਖਣ ਪੱਛਮ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਓਡੈਸਾ ਖੇਤਰ 'ਚ ਫਸੇ ਵਾਹਨਾਂ 'ਚੋਂ ਬੱਚਿਆਂ ਸਮੇਤ 48 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਐਮਰਜੈਂਸੀ ਸੇਵਾ ਨੇ ਕਿਹਾ ਕਿ 840 ਵਾਹਨਾਂ ਨੂੰ ਦੂਰ ਲਿਜਾਣਾ ਪਿਆ ਕਿਉਂਕਿ ਕੁਝ ਥਾਵਾਂ ਤੇ ਬਰਫ਼ 6.6 ਫੁੱਟ ਤੋਂ ਵੱਧ ਤੱਕ ਪਹੁੰਚ ਗਈ ਸੀ, ਜਿਸ ਵਿੱਚੋਂ ਘੱਟੋ-ਘੱਟ 1370 ਮਾਲ ਗੱਡੀਆਂ ਫਸੀਆਂ ਹੋਈਆਂ ਦੱਸੀਆਂ ਗਈਆਂ। ਰਿਪੋਰਟ ਮੁਤਾਬਕ ਘੱਟੋ-ਘੱਟ 6 ਲੋਕ ਹਾਈਪੋਥਰਮੀਆ ਦਾ ਸ਼ਿਕਾਰ ਹੋਏ ਹਨ ਅਤੇ 1500 ਤੋਂ ਵੱਧ ਬਚਾਅਕਰਤਾ ਹੁਣ ਪੂਰੇ ਯੂਕਰੇਨ ਵਿੱਚ ਇੱਕ ਵਿਸ਼ਾਲ ਸਫਾਈ ਮੁਹਿੰਮ ਵਿੱਚ ਤਾਇਨਾਤ ਹਨ। ਪੁਲਿਸ, ਬਾਰਡਰ ਗਾਰਡ ਅਤੇ ਨੈਸ਼ਨਲ ਗਾਰਡ ਦੇ ਮੈਂਬਰਾਂ ਵੱਲੋਂ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ। ਐਕਸ ਅਤੇ ਟੈਸਲਾ ਦੇ CEO ਇਲੋਨ ਮਸਕ ਇਜ਼ਰਾਈਲ ਅਤੇ ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ ਇਜ਼ਰਾਈਲ ਪਹੁੰਚੇ, ਜਿੱਥੇ ਇਲੋਨ ਮਸਕ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ ਅਤੇ ਇਸ ਸੰਘਰਸ਼ ਨੂੰ ਲੈ ਕੇ ਇਜ਼ਰਾਈਲ ਦਾ ਸਮਰਥਨ ਕੀਤਾ। ਇਲੋਨ ਮਸਕ ਨੇ ਇਜ਼ਰਾਈਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਖਤਮ ਹੋਣ ਤੋਂ ਬਾਅਦ ਉਹ ਗਾਜ਼ਾ ਦੇ ਮੁੜ ਨਿਰਮਾਣ ਵਿੱਚ ਮਦਦ ਕਰਨਾ ਚਾਹੁੰਦੇ, ਪਰ ਫਲਸਤੀਨੀ ਖੇਤਰਾਂ ਨੂੰ ਕੱਟੜਪੰਥੀ ਤੋਂ ਮੁਕਤ ਕਰਨਾ ਮਹੱਤਵਪੂਰਨ ਹੈ। ਹਮਾਸ ਦੇ ਹਮਲੇ ਤੋਂ ਬਾਅਦ ਮਸਕ ਨੇਤਨਯਾਹੂ ਦੇ ਨਾਲ ਕਿਬੁਟਜ਼ ਕਫਰ ਅਜ਼ਾ ਦੇ ਦੌਰੇ ਤੇ ਵੀ ਗਏ ਸਨ। ਇਸ ਮੁਲਾਕਾਤ ਦੀ ਫੋਟੋ ਸ਼ੇਅਰ ਕਰਦਿਆਂ ਹੋਇਆਂ ਨੇਤਨਯਾਹੂ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ ਮੈਂ ਇਲੋਨ ਮਸਕ ਨਾਲ ਕਿਬੁਟਜ਼ ਕਫਰ ਅਜ਼ਾ ਨੂੰ ਮਿਲਣ ਗਏ ਤਾਂ ਜੋ ਹਮਾਸ ਵੱਲੋਂ ਮਨੁੱਖਤਾ ਦੇ ਖਿਲਾਫ ਕੀਤੇ ਗਏ ਅਪਰਾਧਾਂ ਨੂੰ ਨੇੜਿਓਂ ਦਿਖਾਇਆ ਜਾ ਸਕੇ। ਹਾਲਾਂਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਏ ਸਮਝੌਤੇ ਤਹਿਤ ਲੰਘੇ ਸ਼ੁੱਕਰਵਾਰ ਤੋਂ 4 ਦਿਨਾਂ ਦੀ ਜੰਗਬੰਦੀ ਸ਼ੁਰੂ ਹੋ ਗਈ ਹੈ। ਇਸ ਤਹਿਤ ਇਜ਼ਰਾਈਲ 'ਚ ਕੈਦ ਅਤੇ ਫਲਸਤੀਨੀ ਅਤੇ ਗਾਜ਼ਾ 'ਚ ਬੰਦਕ ਬਣਾਏ ਗਏ ਦਰਜਨਾਂ ਲੋਕਾਂ ਦੀ ਅਦਲਾ ਬਦਲੀ ਕੀਤੀ ਜਾ ਰਹੀ ਹੈ। ਸਿੱਖ ਕੌਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਦੇਸ਼ ਵਿਦੇਸ਼ਾਂ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਉੱਥੇ ਹੀ ਪਾਕਿਸਤਾਨ ਵਿੱਚ ਸਥਿਤ ਸ਼੍ਰੀ ਨਨਕਾਣਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਨੂੰ ਅੰਦਰੋਂ ਫੁੱਲਾਂ ਨਾਲ ਤੇ ਬਾਹਰੋਂ ਲਾਈਟਾਂ ਨਾਲ ਸਜਾਇਆ ਗਿਆ। ਇਸ ਦੇ ਨਾਲ ਹੀ ਸੰਗਤ ਵੱਲੋਂ ਥਾਂ-ਥਾਂ ਲੰਗਰ ਵੀ ਲਾਏ ਗਏ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਸਿੰਧ ਸੂਬੇ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਅਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਸੇਵਾ ਨਿਭਾਈਆਂ। ਉੱਥੇ ਹੀ ਅਮਰੀਕਾ ਤੋਂ ਆਏ ਸਿੱਖ ਸ਼ਰਧਾਲੂਆਂ ਨੇ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਕਾਫੀ ਸਾਲਾਂ ਤੋਂ ਇੱਛਾ ਸੀ ਕਿ ਉਹ ਇਸ ਸਥਾਨ ਦੇ ਦਰਸ਼ਨ ਕਰਨ ਅਤੇ ਉਹਨਾਂ ਦੀ ਇਹ ਇੱਛਾ ਵੀ ਪੂਰੀ ਹੋ ਗਈ ਹੈ। ਗੁਰੂ ਨਾਨਕ ਦੇਵ ਜੀ ਦੇ ਨਾਲ ਕਈ ਸਾਲਾਂ ਤੱਕ ਰਬਾਬ ਵਜਾਉਣ ਵਾਲੇ ਭਾਈ ਮਰਦਾਨਾ ਜੀ ਦੇ ਵੰਸ਼ ਦੀ 18ਵੀਂ ਪੀੜ੍ਹੀ ਵੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਇਸ ਦੇ ਨਾਲ ਹੀ ਸੰਗਤ ਸ਼ਬਦ ਕੀਰਤਨ ਰਾਹੀਂ ਮੰਤਰ ਮੁਗਧ ਹੋਈ। BTV ਦੇ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।